ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਪਾਵਨ ਅਸ਼ਟਪਦੀ ਦੇ ਅੰਤਲੇ ਬੰਦ ਦੇ ਵਿੱਚ ਬਖਸ਼ਿਸ਼ ਕੀਤੀ ਹੈ। ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਈ। ਕਿ ਸਤਿਗੁਰੂ ਜੀਓ, ਜੇ ਤੁਹਾਡੀ ਉਸਤਤ ਕਰਨੀ ਹੋਵੇ ਨਾ, ਕੋਈ ਸੰਸਾਰ ਦੇ ਅੰਦਰ ਮਨੁੱਖ ਕਿੰਨੇ ਯਤਨ ਕਰ ਲਵੇ, ਵੀ ਕੋਈ ਕਹੇ ਵੀ ਮੈਂ ਤੁਹਾਡੀ ਉਸਤਤ ਕਰਨੀ ਹੈ, ਮੇਰੇ ਕੋਲ ਆ ਬੜੇ ਸੋਹਣੇ ਸ਼ਬਦ ਨੇ, ਬੜਾ ਗਿਆਨ ਹੈ ਮੈਨੂੰ, ਤੇ ਮੈਂ ਯਤਨ ਕਰਕੇ ਤੁਹਾਡੀ ਉਸਤਤ ਕਰਨੀ ਚਾਹੁੰਦਾ, ਤੇ ਸਤਿਗੁਰੂ ਕਹਿਣਗੇ ਭਲਿਆ ਰੱਬ ਜੀ ਦੀ ਉਸਤਤ ਕਰਨਾ ਕਿਸੇ ਦੇ ਵੱਸ ਦੀ ਨਹੀਂ ਹੈ। ਕਿਸੇ ਚੀਜ਼ ਨੂੰ ਤੁਸੀਂ ਬਿਆਨ ਤਾਂ ਕਰ ਸਕਦੇ ਹੋ ਜੇ ਉਹਦੇ ਬਾਰੇ ਕੋਈ ਪੂਰੀ ਜਾਣਕਾਰੀ ਹੋਵੇ। ਜਿਸ ਚੀਜ਼ ਬਾਰੇ ਤੁਹਾਡੇ ਕੋਲ ਸੰਪੂਰਨ ਜਾਣਕਾਰੀ ਨਹੀਂ ਹੈ ਨਾ, ਤੁਸੀਂ ਉਹਦੇ ਬਾਰੇ ਦੱਸ ਨਹੀਂ ਸਕਦੇ। ਤੁਸੀਂ ਸਿਰਫ ਅੰਦਾਜ਼ਾ ਲਾ ਸਕਦੇ ਹੋ ਵੀ ਇੰਨਾ ਕੁ ਹੈ, ਇੰਨੀ ਕੁ ਪਹੁੰਚ ਹੈ, ਇੰਨੀ ਕੁ ਪਕੜ ਹੈ। ਸੌਖਾ ਕਰ ਦੇਵਾਂ, ਮੈਨੂੰ ਬਹੁਤਾਤ ਸਹੀ ਨਾਲ ਅਜੇ ਨਹੀਂ ਜਾਣਦੇ, ਠੀਕ ਹੈ ਜੀ, ਬਹੁਤਾਤ ਸਹੀ ਨਾਲ ਨਹੀਂ ਜਾਣਦੇ। ਹੁਣ ਕੋਈ ਯਤਨ ਕਰੇ ਵੀ ਭਾਈ ਸਾਹਿਬ ਨੂੰ ਕਿੰਨੀ ਬਾਣੀ ਕੰਠ ਹੋਏਗੀ, ਭਾਈ ਸਾਹਿਬ ਨੂੰ ਨਿਤਨੇਮ ਦੀਆਂ ਕਿੰਨੀਆਂ ਬਾਣੀਆਂ ਕੰਠ ਨੇ, ਭਾਈ ਸਾਹਿਬ ਨੇ ਕਿੰਨੀਆਂ ਕਿਤਾਬਾਂ ਪੜ੍ਹੀਆਂ ਨੇ, ਕੋਈ ਯਤਨ ਕਰੇ ਦੱਸਣ ਦਾ ਤੇ ਕੋਈ ਨਹੀਂ ਦੱਸ ਸਕਦਾ। ਅੰਦਾਜ਼ਾ ਲਾ ਸਕਦੇ ਆ, ਇਸ ਤੋਂ ਵੱਧ ਕੁਝ ਨਹੀਂ ਹੈ, ਅੰਦਾਜ਼ੇ ਤੋਂ ਵੱਧ ਕੁਝ ਨਹੀਂ ਹੈ। ਪਰ ਜਿਹੜੇ ਮੇਰੇ ਨਾਲ ਰਹਿੰਦੇ ਨੇ ਨਾ, ਉਹ ਦੱਸ ਦੇਣਗੇ ਵੀ ਇਹਨੂੰ ਇੰਨੀ ਬਾਣੀ ਕੰਠ ਹੈ, ਇਹਨੇ ਇੰਨੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ। ਕਿਉਂ ਦੱਸ ਦੇਣਗੇ? ਕਿਉਂਕਿ ਉਹ ਮੇਰੇ ਬਾਰੇ ਜਾਣਕਾਰੀ ਰੱਖਦੇ ਨੇ, ਮੇਰੇ ਨਾਲ ਰਹਿੰਦੇ ਨੇ, ਉਹ ਤਾਂ ਦੱਸ ਸਕਦੇ ਨੇ। ਰੱਬ ਜੀ ਦੇ ਬਾਰੇ ਅਸੀਂ ਜਾਣਕਾਰੀ ਤਾਂ ਨਹੀਂ ਕੋਈ ਦੇ ਸਕਦੇ, ਕਿਉਂਕਿ ਸਾਹਿਬ ਕਹਿੰਦੇ ਨੇ ਉਹਦਾ ਸ਼ਰੀਕ ਕੋਈ ਨਹੀਂ ਹੈ। ਸ਼ਰੀਕ ਭਾਵ ਬਰਾਬਰ ਦਾ ਕੋਈ ਨਹੀਂ ਹੈਗਾ। ਜਦੋਂ ਉਹਦੇ ਬਰਾਬਰ ਦਾ ਹੀ ਕੋਈ ਨਹੀਂ ਹੈ, ਫਿਰ ਉਹਦੇ ਬਾਰੇ ਦੱਸੇਗਾ ਕਿ ਮੇਰੇ ਬਾਰੇ ਤਾਂ ਉਹ ਲੋਕ ਦੱਸ ਸਕਦੇ ਨੇ ਜਿਹੜੇ ਮੇਰੇ ਨਾਲ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਮੈਨੂੰ ਦੇਖਿਆ ਹੈ, ਉਹਨਾਂ ਨੇ ਮੈਨੂੰ ਪੜ੍ਹਦਿਆਂ ਦੇਖਿਆ ਹੈ, ਉਹਨਾਂ ਨੇ ਮੈਨੂੰ ਜੀਵਨ ਦੇ ਅੰਦਰ ਵਿਚਰਦਿਆਂ ਦੇਖਿਆ, ਤਾਂ ਉਹ ਦੱਸ ਸਕਦੇ ਨੇ ਵੀ ਇਹਦੇ 'ਚ ਇੰਨੇ ਗੁਣ ਨੇ ਤੇ ਇੰਨੇ ਔਗਣ ਨੇ। ਸਭ ਕਹਿੰਦੇ ਉਹ ਪਰਮਾਤਮਾ ਦੀ ਜਦੋਂ ਗੱਲ ਕਰੇਗਾ ਨਾ ਭਲਿਆ, ਤੇ ਰੱਬ ਜੀ ਦੀ ਉਸਤਤ ਕਰਨ ਵਾਲਿਆਂ ਨੇ ਬੜਾ ਜ਼ੋਰ ਲਾਇਆ। ਓੜਕ ਓੜਕ ਭਾਲ ਥਕੇ, ਓੜਕ ਦਾ ਭਾਵ ਹੁੰਦਾ ਹੈ ਅੰਤ। ਸਤਿਗੁਰੂ ਕਹਿੰਦੇ ਅੰਤ ਲੱਭਦਿਆਂ ਲੱਭਦਿਆਂ ਬੜਿਆਂ ਨੇ ਜ਼ੋਰ ਲਾ ਲਿਆ, ਬੜਿਆਂ ਨੇ ਯਤਨ ਕਰ ਲਿਆ ਵੀ ਦੱਸ ਦਈਏ ਵੀ ਰੱਬ ਦਾ ਅੰਤ ਇੱਥੇ ਕੁ ਜਾ ਕੇ ਹੈ, ਵੀ ਰੱਬ 'ਚ ਤਾਕਤਾਂ ਇੱਥੇ ਕੁ ਜਾ ਕੇ ਮੁੱਕ ਜਾਂਦੀਆਂ ਨੇ। ਸਤਿਗੁਰੂ ਕਹਿੰਦੇ ਭਾਈ ਇਹ ਭੁਲੇਖਾ ਏ, ਯਤਨ ਬੜਿਆਂ ਨੇ ਕੀਤਾ। ਓੜਕ ਓੜਕ ਭਾਲ ਥਕੇ, ਵੇਦ ਕਹਿਨ ਇੱਕ ਬਾਤ ਸਹਿਸ 18, ਕਹਿਨ ਕਤੇਬਾਂ ਅਸੁਲੂ ਇੱਕ ਧਾਤ। ਸਾਰੇ ਧਾਰਮਿਕ ਗ੍ਰੰਥ ਪੜ੍ਹ ਕੇ ਦੇਖ ਲਵੋ, ਅੰਤ ਤੁਹਾਨੂੰ ਕੀ ਮਿਲੇਗਾ? ਮੁੱਢ ਕੀ ਮਿਲੇਗਾ? ਇੱਕ ਧਾਤ, ਇੱਕ ਅਕਾਲ ਪੁਰਖ ਵਾਹਿਗੁਰੂ। ਜਦੋਂ ਹਰੇਕ ਚੀਜ਼ ਦਾ ਮੁੱਢ ਹੀ ਉਹ ਹੈ, ਫਿਰ ਕੋਈ ਹੁਣ ਯਤਨ ਕਰੇ, ਟਾਹਣੀ ਦੇ ਉੱਤੇ ਲੱਗੇ ਹੋਏ ਫੁੱਲ, ਟਾਹਣੀ ਤੇ ਲੱਗੇ ਹੋਏ ਫਲ ਪੱਤੇ, ਉਹ ਯਤਨ ਕਰਨ ਵੀ ਜੜ ਦੀ ਮੈਂ ਦੱਸ ਦੇਵਾਂ ਵੀ ਜੜ ਕਿੰਨੀ ਕੁ ਡੂੰਘੀ ਹੈ। ਜੜ ਬਾਰੇ ਨਹੀਂ ਦੱਸ ਸਕਦੇ, ਜੜ ਬਾਰੇ ਕੋਈ ਜਾਣਕਾਰੀ ਨਹੀਂ ਰੱਖਦੇ। ਉਹਨਾਂ ਨੇ ਸਿਰਫ ਜੜ ਨੂੰ ਵਰਤਿਆ ਏ ਆਪਣੇ ਵਾਧੇ ਦੇ ਲਈ, ਆਪਣੇ ਆਪ ਨੂੰ ਗਰੋ ਕਰਨ ਦੇ ਲਈ ਵਰਤਿਆ। ਬਸ ਇਸ ਤੋਂ ਵੱਧ ਜੜ ਬਾਰੇ ਕੁਝ ਨਹੀਂ ਦੱਸ ਸਕਦੇ। ਹਾਂ, ਇਹਨਾਂ ਕੁ ਦੱਸ ਸਕਦੇ ਨੇ ਵੀ ਜੜ ਚੋਂ ਸਾਨੂੰ ਪਾਣੀ ਮਿਲਦਾ ਹੈ, ਜੜ ਚੋਂ ਸਾਨੂੰ ਖਾਦ ਪਦਾਰਥ ਮਿਲਦੇ ਨੇ। ਇਸ ਤੋਂ ਵੱਧ ਫੁੱਲ ਪੱਤੇ ਟਹਿਣੀਆਂ ਉਹ ਜੜ ਬਾਰੇ ਕੁਝ ਨਹੀਂ ਦੱਸ ਸਕਦੇ। ਸਭ ਕਹਿੰਦੇ ਪਰਮਾਤਮਾ ਇਸ ਕਾਇਨਾਤ ਦੀ ਜੜ ਹੈ, ਮੋਢ ਹੈ, ਮੂਲ ਹੈ। ਅਸੀਂ ਤਾਂ ਸਾਰੇ ਉੱਪਰ ਦੀ ਖੇਡ ਆ, ਪਤਾ ਨਹੀਂ ਕਦੋਂ ਮੁਰਝਾ ਜਾਣਾ, ਤੇ ਜੜ ਦੇ ਬਾਰੇ ਕੁਝ ਨਹੀਂ ਦੱਸਿਆ ਜਾ ਸਕਦਾ, ਕਿਉਂਕਿ ਉਹ ਸਦੀਵੀ ਰਹਿਣ ਵਾਲੀ ਹੈ, ਉਹਦੇ ਨਾਲ ਸਾਰੀ ਕਾਇਨਾਤ ਚੱਲਦੀ ਹੈ। ਇਸ ਕਰਕੇ ਰੱਬ ਜੀ ਦਾ ਅੰਤ ਪਾਉਣ ਦਾ ਯਤਨ ਨਹੀਂ ਕਰਨਾ। ਸਭ ਨੇ ਰੱਬ ਦਾ ਅੰਤ ਪਾਉਣ ਦੀ ਗੱਲ ਕਦੇ ਵੀ ਨਹੀਂ ਕੀਤੀ ਪੂਰੀ ਗੁਰਬਾਣੀ ਦੇ ਅੰਦਰ। ਜਦੋਂ ਵੀ ਸਤਿਗੁਰੂ ਗੱਲ ਕਰਦੇ ਨੇ, ਇੱਕੋ ਹੀ ਗੱਲ ਕਰਦੇ ਨੇ ਵੀ ਰੱਬ ਜੀਓ ਤੁਸੀਂ ਬੇਅੰਤ ਹੋ, ਰੱਬ ਜੀਓ ਤੁਸੀਂ ਪਾਰਲੇ ਪਾਸੇ ਦੀ ਤੁਹਾਡੇ ਦੀ ਖਬਰ ਹੀ ਕਿਸੇ ਨੂੰ ਨਹੀਂ ਹੈਗੀ। ਬਸ ਇੰਨੀ ਕੁ ਗੱਲ ਹੈ ਵੀ ਅਸੀਂ ਤੁਹਾਡੇ ਵਿੱਚ ਅਭੇਦ ਹੋਣਾ ਚਾਹੁੰਦੇ, ਵੀ ਅਸੀਂ ਵੱਖ ਨਹੀਂ ਰਹਿਣਾ ਚਾਹੁੰਦੇ।
एक बूंद यतन करे भी समुद्र का अंत पा लवे, समुद्र का अंत नहीं पा सकती। हाँ, बशर्ते कि वह अपने आप नूं गवा देवे, समुद्र जरूर बन सकती है। समुद्र का अंत नहीं पा सकती पर समुद्र बन सकती है। सतगुरु कहते ने तू रब का अंत नहीं पा सकता पर उहदे विच अभेद हो के रब का रूप बन सकता है। जिन्हां ना विसरै नाम से किनेहिया, सब कहते जिन्हां नूं रब ना भुल्लिओ किवें दे ने। भेद ना जाणो मूल साईं जिहिया, वो साईं वर्गे, वो मालक वर्गे बन जाते जिन्हां ने अपने आप नूं गुरु दे शब्द विच, रब जी दे ज्ञान दे विच अभेद कर दिता। क्योंकि दसन वास्ते, किसी चीज नूं बयान करन वास्ते कुछ शर्तां हुंदियां ने। कुछ बयान करना होवे ते उहदी बाहरी दिख जरूरी हुंदी है, कोई उहदियां फिजिकल प्रॉपर्टी जरूर होणियां चाहीदियां ने। पर रब दी फिजिकल प्रॉपर्टी की गल करोगे तो सब कहते ने कि उहदे बारे ते कोई दस्सिया नहीं जा सकता। चक्र चिहन अर बरन, जात अर पात नहन जिह, रूप रंग अर रीख भेक को कह ना सकत के। अचल मूरत वो तो है ही अचल, ना जिहड़ा जाण वाला होवे। अनुभव प्रकाश अपने आप तो पैदा होने वाला है। अमितोज कहीजा, अमितोज का भाव जिहदा ताकत, जिहदा समर्था, जिहदे बारे कोई दस्सिया ना जा सके। अमितोज उहदा बल जिहड़ा है वो मिणिया नहीं जा सकता। कोट इंद्र इंद्राण शाह शाहान गणिजा, त्रिभुवन महीप सुर नर असुर, नेत नेत बन तृण कहत, तव सर्ब नाम कथै कवन, कर्म नाम बरनत सुमत। रब जी दे बारे कुछ भी दसना सतगुरु कहंदे तेरे वास्ते नहीं है, बस यतन कीता है कर्म नाम। भी जिन्ना को सानू समझ आया, मैं अगे भी बेनती की सी भी सानू समझ आया भी रब लभ्या नहीं जा सकता, वो हरेक थां ते वसिया होया है। ये गुण सानू समझ आया, असीं अल्लाह कह दिता। सानू समझ आया भी रब हरेक थां ते वसिया है, असीं राम कह दिता। जदों सारा कुछ देखण तो बाद भी रब बड़ा रहम करन वाला, असीं रहीम कह दिता। सानू लगा भी रब सारा कुछ देण वाला, असीं करीम कह दिता। ये सारे की ने? कर्म नाम। सारा कुछ देखण तो बाद पट साहिबाना ने देखा भी इन्ने गुण ने, ते उन्हां ने कह दिता वाह गुरु वाह गुरु वाह जी, वाह कमाल दे इन्ने गुण ने। पर जे कोई कहे भी रब दा अखीरला नाम या रब दे अखीरले गुणां नूं कोई दस सके ते सब कहंदे दस नहीं सकदा। हाँ, यतन बड़िया ने, जोर बड़िया ने ला दिता। ते मालिक कहंदे तू इन्ना चेता रखिया कर कि परमात्मा इन्ना समर्थ है जिहदा कोई भी नहीं है संसार दे अंदर, जिहदे नाल खड़न वाला कोई नहीं है। सब कहंदे तू उहदे नाल सांझ बना, सारी संसार सारी कायनात तेरे मगर आ जाएगी। बस उहदे वास्ते करना की पएगा। सब कहंदे उहदे वास्ते करना इक्को ही काम पैना है, इक्को ही काम करन दी लोड़ है, वो है रब जी दी उस्तत करिया कर, रब जी नूं चेते च रखिया कर। रब जी नूं चेते च रखेगा, चंगे कर्म करेगा ते सारी कायनात तेरे अगे झुक जाएगी। क्योंकि तू रब जी दे नाल जुड़ गया। जिहड़ा उहदे नाल जुड़े, जिन्ने उहदे अगे झुकदे ने, वो तेरे अगे भी झुकना शुरू कर देणगे। पर इहदे वास्ते तू सियाणप ना वरत, क्योंकि जिन्हें सियाणप वरत लई, जिन्हें कह दिता भी मैं कुछ हैगा, मेरे कोल कुछ हैगा है, सतगुरु कहंदे फिर वो ते खुआर हो गया। जिन लगा ना भी मैं कुछ हैगा, मैं कुछ करन दे समर्थ हां, सतगुरु कहंदे वो खुआर हो जाते हैं। वो बहुता लंबा समा नहीं टिकते उन्हां दे कोल। हाँ, अज लोग कहंदे होणगे भी उहदे कोल बहुत शक्तियां ने, ताकतां ने। असीं बड़े ऐसे देखे ने संसार दे अंदर, असीं बड़ियां दे कोल झुकदे भी, बड़ियां नूं जाके मत्थे टेकदे आ। कुछ क समय बाद पता लगदा है भी जिन्नू ते समझिया सी ना भी ये बड़ा खरा सोना है, वो बाद पता लगा भी सिर्फ लिशकदा ही सी, सोना नहीं है, सिर्फ लिशकदा ही लिशकदा सी। हौली हौली समय दे नाल उहदी लिशक घटदी गई ते पता लगा भी अंदर तां कुछ भी नहीं है, सिर्फ उत्ते वाली झाल ही जिहड़ी सी ना वो सोने दी सी। समय ने दस दिता, पछाण आ गई ना, जदों समय ने अपना रंग दिखाया
किन्ने ने अज भी संसार दे अंदर जिन्हां ने कहा भी असीं रब हां, असीं रब दा रूप हो गए। कहण वालियां ने कहा पर समय ने दस दिता भी असल दे विच तुसीं रब दा रूप नहीं, तुसीं ठग हो, तुसीं चोर हो, तुसीं रब दा रूप नहीं, असल च तुसीं बलात्कारी हो, तुसीं धर्मी नहीं हो, तुसीं ते ठग हो। संसार दे अंदर सिर्फ ठगियां वास्ते तुरे फिरदे हो। समाज ने समझ आ गई, पर समाज अज भी इन्ना को कमला है भी उन्हां दे पिछे अज भी असीं तुरे फिरदे हां सच्चे गुरु नूं छड्ड के। भाई गुरदास साहब कहंदे ना इदां दे लोकां वास्ते भी जिहड़े गुरु नूं छड्ड के, पूरे गुरु नूं छड्ड के संसार दे पिछे बंदियां दे पिछे तुरे फिरदे होण। भाई गुरदास साहब कहंदे मनमुख होए बंदे दा बंदा, गुरमुख नहीं हो सकता। जिहड़ा बंदियां नूं जाके मत्थे टेकदा, दो तरीके दा मत्था टेकना है। एक है सत्कार वजों, तुसीं अपने पिता जी नूं मत्था टेकिया करो रोज, कोई माड़ा नहीं, कोई मनाही नहीं है। बजुर्गां नूं टेको, माता नूं टेको, इह च कोई मनाही नहीं है। अपने उस्ताद नूं टेको, रोज मत्थे टेको, ਇਹਦੇ 'ਚ ਕੋਈ ਮਨਾਹੀ ਨਹੀਂ ਹੈਗੀ। ਸਾਡੀ ਨਾ ਇੱਕ ਮੁਸ਼ਕਲ ਹੈ, ਅਸੀਂ ਜਦੋਂ ਕਿਸੇ ਚੀਜ਼ ਦਾ ਵਿਰੋਧ ਕਰਨ ਲੱਗਦੇ ਹਾਂ ਤੇ ਫਿਰ ਜੋ ਚੰਗਾ ਮਾੜਾ ਸਾਰਾ ਕੁਝ ਹੀ ਢਾ ਦਿੰਦੇ ਹਾਂ। ਫਿਰ ਅਸੀਂ ਸਮਝਦੇ ਨਹੀਂ ਆ ਵੀ ਠੀਕ ਕੀ ਸੀ ਤੇ ਗਲਤ ਕੀ ਆ। ਸਤਿਗੁਰੂ ਨੇ ਇਹ ਨਹੀਂ ਮਨਾ ਕੀਤਾ ਵੀ ਬਾਪ ਦਾ ਸਤਿਕਾਰ ਨਹੀਂ ਕਰਨਾ, ਤੁਸੀਂ ਪੈਰੀ ਹੱਥ ਨਹੀਂ ਲਾ ਸਕਦੇ। ਸਤਿਗੁਰੂ ਤਾਂ ਇੱਥੋਂ ਤੱਕ ਗੱਲ ਕਰਦੇ ਨੇ ਵੀ ਜੇ ਕੋਈ ਗੁਰਮੁਖ ਪਿਆਰਾ ਮੈਨੂੰ ਰੱਬ ਦੀ ਗੱਲ ਸੁਣਾ ਦੇਵੇ ਨਾ, उस गुरसिख दे मैं निव निव के पैरी हथ लाउंदा। सतगुरु कह रहे ने मुबारक बाणी दे अंदर, ते गुरु दे पैरी हथ, उस्ताद दे पैरी हथ, घरदियां दे, माता पिता दे, बजुर्गां दे पैरी हथ लाउणा माड़ा नहीं है। पर हां उत्थे पैरी हथ लाउणा माड़ा है जिहड़ा अपने आप नूं कवे भी मैं तैनूं कुछ दे सकदा, मेरे कोल ताकतां ने ते ताकतां दे नाल जो तू मंगेगा तेरी मंग पूरी कर सकदा मैं, उथे मत्था टेकना माड़ा है, उथे मत्था टेकना गुनाह है। क्योंकि ਉਹ ਕੀ ਕਹਿ ਰਿਹਾ ਹੈ, मैं शरीक हाँ रब दा। ਜਿਹੜਾ ਕਹਿ ਰਿਹਾ ਨਾ मैं ਮੀਂਹ ਪਵਾ ਸਕਦਾ, ਤੇ ਸਾਹਿਬ ਕਹਿੰਦੇ ਨੇ ਮੀਂਹ ਪਿਆ परमेश्वर पाया। मीह किहने पाउणा है, परमेश्वर ने। जिहड़ा बंदा कहे भी मैं मीह पा सकदा, सतगुरु कहंदे फिर वो रब दा शरीक बनदा है। हुण उहदे अगे मत्था टेकेगा फिर गलत हो जाएगा, फिर गलत है मत्था टेकना। हुण मत्था टेकण दी गल सी ना, हरनाकश कहंदा है प्रहलाद नूं भी मैनूं मत्था टेक, उथे विरोध करता है प्रहलाद। बाप है, मत्था टेकण दा गुरेज नहीं है। प्रहलाद मत्था टेकदा है पहलों, पर जे हरनाकश कहंदा है भी मैं रब हां ते मैनूं रब समझ के मत्था टेक, फिर मत्था टेकना माड़ा है। गुरु नानक पातशाह रब दा रूप ने, ते मेहता कल्याण दास जी अपने आप नूं कदे रब नहीं कहंदे, वो अपने आप नूं सिर्फ गुरु नानक पातशाह दा बाप कहंदे ने। ते गुरु नानक पातशाह इस गल दा कदे गिला नहीं करदे कि मेरे पिता ने मैनूं डांटिया, क्योंकि नहीं समझ ना, डांट भी लिया, चपेड़ भी मार दिती, पर गुरु नानक पातशाह ने कदे गिला नहीं किया। इतिहास ने कदे मेहता कल्याण दास जी दे उत्ते गिला नहीं किया, क्योंकि उत्थे वो बाप दी हैसियत दे नाल कर रहे हैं। रब हो के जां इदां दा कोई अपने आप नूं दिखावा करके भी मैं बड़ा उच्चा है, उस हैसियत दे नाल करदे ते उत्थे मेहता कल्याण दास जी भी गलत हो जाने सी। इहदा हरनाकश गलत हो गया, पर नहीं होए, क्योंकि रब दा रूप नहीं, सिर्फ एक बाप दी हैसियत दे नाल वो अपने फर्ज निभा रहे हैं। सिर्फ कहंदे इस गल नूं समझना बड़ा जरूरी है। ते रब जी दे नाल जुड़, जदों परमात्मा दे नाल जुड़ांगे, सिर्फ कहंदे वो समर्थ है, निमाने को प्रभ तीरू मान। वो रब इन्नी समर्था ताकत रखदा है, गुरु इन्नी समर्था रखदा है, वो निमाणियां दा मान है। असीं अरदास भी रोजाना पढ़दे हां, हे निमाणियां दे मान, निताणियां दे ताण, निउटियां दी ओट। ਇਹ ਬਖਸ਼ਿਸ਼ਾਂ ਨੇ। ਜਿੱਦਣ ਅਸੀਂ ਇਸ ਗੱਲ ਨੂੰ ਸਮਝ ਕੇ ਭਾਵਨਾ ਦੇ ਨਾਲ ਅਰਦਾਸ ਕਰਾਂਗੇ ਨਾ, ਅੱਜ ਅਸੀਂ ਕੀ ਕਰਦੇ ਹਾਂ, ਅਸੀਂ ਨੀਵੇਂ ਹੋਈਏ, ਅਸੀਂ ਨਿਮਾਣੇ ਹੋਈਏ, ਅਸੀਂ ਗੁਰੂ ਦੇ ਨਾਲ ਸਾਂਝ ਨਹੀਂ ਬਣਾਉਂਦੇ। ਅਸੀਂ ਯਤਨ ਕੀ ਕਰਦੇ ਹਾਂ, ਕਿਸੇ MLA ਦੇ ਨਾਲ ਸਾਂਝ ਬਣ ਜਾਏ, ਕਿਉਂ? ਉਹਦਾ ਸਮਾਜ ਦੇ ਅੰਦਰ ਰੁਤਬਾ ਬੜਾ ਉੱਚਾ ਹੈ।
ਕਿਸੇ ਚੰਗੇ ਲੀਡਰ ਦੇ ਨਾਲ ਸਾਂਝ ਬਣ ਜਾਏ, ਕਿਉਂਕਿ ਉਹਦਾ ਰੁਤਬਾ ਬੜਾ ਉੱਚਾ ਹੈ। ਸਤਿਗੁਰੂ ਕਹਿੰਦੇ ਇਹੀ ਤੇ ਗੱਲ ਸਮਝਣ ਵਾਲੀ ਸੀ, ਤੂੰ ਉਹਦੇ ਨਾਲ ਸਾਂਝ ਨਹੀਂ ਬਣਾਈ, ਉਹਦੇ ਨਾਲ ਐਮਐਲਏ ਦੇ ਨਾਲ, ਕਿਸੇ ਚੰਗੇ ਅਹੁਦੇ ਵਾਲੇ ਦੇ ਨਾਲ ਸਾਂਝ ਬਣਾਏਗਾ ਤੇ ਕੀ ਹੋ ਸਕਦਾ ਹੈ? ਤੇਰਾ ਅਹੁਦਾ ਉੱਚਾ ਨਹੀਂ ਹੋਣਾ। ਸਿਰਫ ਇਸ ਕਰਕੇ ਕੋਈ ਤੇਰੇ ਤੋਂ ਡਰ ਸਕਦਾ ਹੈ ਵੀ ਇਹਦੀ ਫਲਾਣੇ ਦੇ ਨਾਲ ਸਾਂਝ ਹੈ, ਪਰ ਜੇ ਗੁਰੂ ਦੇ ਕੋਲ ਆ ਜਾਵੇਂ ਤੇ ਗੁਰੂ ਬਖਸ਼ਿਸ਼ ਕਰੇਗਾ, ਤੇਰਾ ਅਹੁਦਾ ਉੱਚਾ ਕਰ ਦੇਗਾ। ਔਰ ਇਹ ਸੱਚ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੀਵਨ ਪੜ੍ਹਿਆ, ਸਤਿਗੁਰੂ ਦੇ ਨਾਲ ਜੁੜਦਾ ਹੈ ਭਾਈ ਬਿਧੀ ਚੰਦ। ਲੋਕ ਚੋਰ ਕਹਿੰਦੇ ਨੇ, ਸਤਿਗੁਰੂ ਨੇ ਰਹਿਮਤਾਂ ਕੀਤੀਆਂ। ਅੱਜ ਅਸੀਂ ਸਤਿਕਾਰ ਦੇ ਨਾਲ ਕਹਿੰਦੇ ਆ ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਭਾਈ ਤੀਰਥਾ ਸੰਸਾਰ ਨੂੰ ਛੱਡ ਕੇ ਗੁਰੂ ਦੇ ਨਾਲ ਜੁੜ ਗਿਆ। ਹਾਂ, ਸੰਸਾਰ ਦੇ ਅੰਦਰ ਸਤਿਕਾਰ ਉਦਣ ਵੀ ਬੜਾ ਸੀ, ਪਰ ਜੇ ਉੱਥੇ ਜੁੜਿਆ ਰਹਿੰਦਾ ਤੇ ਅੱਜ ਅਸੀਂ ਨਹੀਂ ਸੀ ਜਾਣਨਾ, ਅਸੀਂ ਗੱਲ ਨਹੀਂ ਸੀ ਕਰਨੀ। ਸਤਿਕਾਰ ਬੜਾ ਹੈ, ਚੌਧਰੀ ਹੈ ਇਲਾਕੇ ਦਾ, ਮਾੜੀ ਗੱਲ ਨਹੀਂ ਹੈ। ਪਰ ਜਿੱਦਣ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਦੇ ਦਰ ਤੇ ਆਉਂਦਾ ਹੈ, ਉਦਣ ਅਸੀਂ ਇਹ ਜਾਣਦੇ ਹਾਂ ਕਿ ਭਾਈ ਮੰਝ ਕੋਈ ਹੈਗਾ। ਔਰ ਸਤਿਗੁਰੂ ਨੇ ਬਖਸ਼ਿਸ਼ ਕਰ ਦਿੱਤੀ, ਮੰਝ ਪਿਆਰਾ ਗੁਰੂ ਕਉ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ ਜਗ ਲੰਘਣ ਹਾਰਾ। ਇਹ ਬਖਸ਼ਿਸ਼ਾਂ ਨੇ ਕਿ ਕੋਈ ਭਾਈ ਮੰਝ ਦੀ ਸਿੱਖਿਆ ਦੇ ਉੱਤੇ ਚੱਲੇਗਾ ਨਾ, ਇੰਨੀ ਬਖਸ਼ਿਸ਼ ਹੋ ਜਾਏਗੀ ਕਿ ਉਹਦਾ ਆਪਣਾ ਜੀਵਨ ਵੀ ਬਦਲ ਜਾਏਗਾ। ਹੁਣ ਇਹਦੇ ਵਾਸਤੇ ਆਪਣਾ ਆਪ ਤਿਆਗਣਾ ਪਏਗਾ। ਸੌਖਾ ਨਹੀਂ ਹੁੰਦਾ ਚੌਧਰ ਪੁਣੀ ਨੂੰ ਛੱਡਣਾ। ਵੀ ਪਤਾ ਸੀ ਵੀ ਜੇ ਮੈਂ ਇਹ ਘਰ 'ਚ ਬਣੀ ਹੋਈ ਇਸ ਪੀਰ ਦੀ ਜਗ੍ਹਾ ਨੂੰ ਤੋੜਿਆ ਤੇ ਪਹਿਲਾ ਕੰਮ ਹੀ ਹੋਣਾ ਵੀ ਚੌਧਰ ਚਲੀ ਜਾਣੀ ਹੈ, ਪਰ ਪਰਵਾਹ ਨਹੀਂ ਕੀਤੀ। ਅੱਜ ਅਸੀਂ ਚੌਧਰ ਦੇ ਖਾਤਰ ਕਿੰਨਾ ਕੁਝ ਤਿਆਗਦੇ ਆ, ਪਹਿਲੋਂ ਗੁਰੂ ਨੂੰ ਤਿਆਗਦੇ ਆ। ਸਾਰਿਆਂ ਤੋਂ ਪਹਿਲਾ ਕੰਮ ਹੀ ਜਦੋਂ ਚੌਧਰ ਦੀ ਗੱਲ ਆਉਂਦੀ ਹੈ, ਸਾਰਿਆਂ ਤੋਂ ਪਹਿਲੋਂ ਗੁਰੂ ਦੇ ਸਿਧਾਂਤਾਂ ਨੂੰ ਛਿੱਕੇ ਤੇ ਟੰਗ ਦਿੰਨੇ ਆ, ਭਾਵੇਂ ਕਿ ਉਹ ਧਾਰਮਿਕ ਕਾਰਜ ਹੋਣ, ਭਾਵੇਂ ਸੰਸਾਰ ਦੇ ਕਾਰਜ ਹੋਣ। ਚੌਧਰ ਦੀ ਲੜਾਈ ਹੈ ਨਾ ਸਾਡੀਆਂ ਬਹੁਤੇ ਥਾਵਾਂ ਦੇ ਉੱਤੇ। ਗੁਰੂ ਦੀ ਹਜ਼ੂਰੀ 'ਚ ਵੀ ਚੌਧਰ ਪਿੱਛੇ ਲੜਾਈਆਂ ਨੇ। ਫਰੀਦਕੋਟ ਦੀ ਘਟਨਾ, ਦਰਬਾਰ ਸਾਹਿਬ ਦੇ ਅੰਦਰ ਵਾਪਰੀ ਘਟਨਾ, ਔਰ ਬੇਅੰਤ ਇਦਾਂ ਦੀਆਂ ਘਟਨਾਵਾਂ ਨੇ। ਸਿਰਫ ਕਾਹਦੇ ਵਾਸਤੇ ਆ? ਚੌਧਰ ਪੁਣੇ ਵਾਸਤੇ। ਤੇ ਚੌਧਰੀ ਇੱਥੇ ਪ੍ਰਵਾਨ ਨਹੀਂ ਆ, ਸੱਚ ਜਾਣਿਆ ਜੀ। ਇੱਥੇ ਪ੍ਰਵਾਨ ਕੌਣ ਹੈ? ਇੱਥੇ ਪ੍ਰਵਾਨ ਹੈ ਭਾਈ ਜੇਠਾ। ਉਹ ਤਾਂ ਪ੍ਰਵਾਨ ਹੈ ਕਿਉਂਕਿ ਸਹੁਰਿਆਂ ਦੇ ਘਰੇ ਰਹਿ ਕੇ ਵੀ ਪਰਵਾਹ ਹੀ ਨਹੀਂ ਕਰਦਾ। ਉਹ ਸੇਵਾ ਕਰਨ ਲੱਗਾ, ਉਹ ਸੇਵਾ ਕਰਨ ਲੱਗਿਆ ਨਹੀਂ ਦੇਖਦਾ ਵੀ ਸਾਹਮਣੇ ਕੌਣ ਹੈ। ਕੋਈ ਫਰਕ ਨਹੀਂ ਪੈਂਦਾ ਵੀ ਸਾਹਮਣੇ ਕੌਣ ਹੈ, ਕੀ ਕਹਿਣਗੇ ਲੋਕ। ਪ੍ਰਵਾਨ ਹੁੰਦਾ ਹੈ ਬਾਬਾ ਅਮਰਦਾਸ, ਤਾਂ ਪ੍ਰਵਾਨ ਹੁੰਦਾ ਹੈ। ਲੋਕ ਕਹਿੰਦੇ ਨੇ ਕੁੜਮਾਂ ਦੇ ਘਰੇ ਬੈਠਾ ਹੈ। ਪ੍ਰਵਾਨਗੀ ਤਾਂ ਆ ਕਿਉਂਕਿ ਇਹ ਪ੍ਰਵਾਹ ਛੱਡ ਦਿੱਤੀ ਵੀ ਲੋਕ ਕੀ ਕਹਿਣਗੇ। ਜਦੋਂ ਤੱਕ ਇਹ ਨਹੀਂ ਨਾ ਛੱਡਦੇ ਵੀ ਲੋਕ ਕੀ ਕਹਿਣਗੇ ਤੇ ਗੁਰੂ ਦੇ ਸਿਧਾਂਤ ਨੂੰ ਇਨ ਬਿਨ ਮੰਨ ਨਹੀਂ ਲੈਂਦੇ, ਉਦਣ ਤੱਕ ਬਖਸ਼ਿਸ਼ਾਂ ਨਹੀਂ ਹੋਣੀਆਂ। ਸਭ ਕਹਿੰਦੇ ਨੇ ਨਿਰਤਨ ਕਉ ਧਨ ਤੀਰੋ ਨਾਉ। ਵੀ ਸਤਿਗੁਰੂ ਜੀ ਜਿਹੜੇ ਇੱਥੇ ਨਿਰਧਨ ਨੇ ਨਾ, ਖਾਲੀ ਹੱਥ ਨੇ, ਕੰਗਾਲ ਹੋਏ ਨੇ, ਤੇਰਾ ਨਾਮ ਹੀ ਉਹਨਾਂ ਵਾਸਤੇ ਧਨ ਹੈ। ਕਿਉਂਕਿ ਸੰਸਾਰ ਦਾ ਧਨ ਤੇ ਖਤਮ ਹੋਣ ਵਾਲਾ ਹੈ, ਪਰ ਤੇਰਾ ਨਾਮ ਧਨ। ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ ਪੂਰੈ ਸਤਿਗੁਰ ਦੀਆ ਬੁਝਾ। ਰੱਬ ਜੀ ਦਾ ਨਾਮ ਧਨ ਕੋਈ ਲੁੱਟ ਨਹੀਂ ਸਕਦਾ, ਨਾ ਤੇ ਇਹਨੂੰ ਅੱਗ ਸਾੜੇ, ਨਾ ਪਾਣੀ ਡੋਬੇ, ਨਾ ਕੋਈ ਚੋਰ ਚੋਰੀ ਕਰ ਸਕਦਾ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹ ਨਾ ਸਾਕੈ ਜਲ। ਕਿਹੜੀ ਚੀਜ਼? ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਸ਼ਬਦ ਜਿੰਦ ਦੇ ਨਾਲ ਵਸਦਾ ਹੈ। ਸੰਸਾਰ ਦਾ ਸਾਰਾ ਕੁਝ ਚਲਾ ਜਾਵੇ, ਸਾਰਾ ਕੁਝ ਜਾਣ ਤੋਂ ਬਾਅਦ ਵੀ ਨਾਮ ਦਾ ਖਜ਼ਾਨਾ ਨਾਲ ਰਹੇਗਾ। ਤੇ ਸਤਿਗੁਰੂ ਕਹਿੰਦੇ ਜਿਹਦੇ ਕੋਲ ਨਾਮ ਦਾ ਖਜ਼ਾਨਾ ਹੈ ਉਹ ਧਨਵੰਤ, ਕੁਲਵੰਤ, ਪਤਵੰਤ, ਜੀਵਨ ਮੁਕਤ, ਜਿਸ ਹਿਰਦੈ ਭਗਵੰਤ। ਜਿਨ੍ਹਾਂ ਨੂੰ ਗੁਰੂ ਦੀ ਵਿਚਾਰਧਾਰਾ ਸਮਝ ਆ ਜਾਏ, ਜਿਹੜੇ ਗੁਰੂ ਦੀ ਵਿਚਾਰਧਾਰਾ ਨੂੰ ਜੀਵਨ 'ਚ ਵਸਾ ਲੈਣ। ਸਾਡੀ ਮੁਸ਼ਕਲ ਹੈ ਵੀ ਸਾਡੀ ਸੁਰਤ ਦੇ ਵਿੱਚੋਂ ਇਹ ਵਿਚਾਰਧਾਰਾ ਨੂੰ ਕੱਢ ਦਿੱਤਾ। ਮੈਂ ਅਕਸਰ ਇੱਕ ਘਟਨਾ ਦਾ ਜ਼ਿਕਰ ਕਰਦਾ। ਜਿਸ ਵਕਤ ਖਾਲਸਾ ਰਾਜ ਜਾਂਦਾ ਹੈ, ਖਾਲਸਾ ਰਾਜ ਦੇ ਜਾਣ ਤੋਂ ਬਾਅਦ ਅੰਗਰੇਜ਼ ਰਾਜ ਆਉਂਦਿਆਂ ਹੀ ਪਹਿਲਾ ਐਲਾਨ ਹੀ ਇਹ ਕੀਤਾ ਜਾਂਦਾ ਹੈ। ਹੁਣ ਮੈਨੂੰ ਰਕਮ ਪੂਰੀ ਤਰ੍ਹਾਂ ਯਾਦ ਨਹੀਂ ਹੈ, ਸ਼ਾਇਦ ਐਲਾਨ ਕੀਤਾ ਜਾਂਦਾ ਹੈ ਵੀ ਜਿਹੜਾ ਤੇ
ਸਿੱਖ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਆਪਣਾ ਸ਼ਸਤਰ ਜਮ੍ਹਾਂ ਕਰਾਏਗਾ, ਉਹਨੂੰ ਸ਼ਾਇਦ 1 ਆਨਾ ਮਿਲੇਗਾ ਇਨਾਮ ਵਜੋਂ ਸ਼ਸਤਰ ਜਮ੍ਹਾਂ ਕਰਨ ਦਾ, ਤੇ ਜਿਹੜਾ ਆਪਣੇ ਘਰ ਦੇ ਵਿੱਚੋਂ ਗੁਰਮੁਖੀ ਦਾ ਕਾਇਦਾ ਜਮ੍ਹਾਂ ਕਰਾਏਗਾ ਨਾ, ਉਹਨੂੰ 4 ਆਨੇ ਇਨਾਮ ਮਿਲੇਗਾ। ਤੁਸੀਂ ਸੋਚ ਕੇ ਦੇਖੋ, ਅੰਗਰੇਜ਼ ਸਰਕਾਰ ਨੂੰ, ਹਕੂਮਤ ਨੂੰ ਤੁਹਾਡੇ ਸ਼ਸਤਰ ਦਾ ਖਤਰਾ ਘੱਟ ਹੈ, ਤੁਹਾਡੇ ਗਿਆਨ ਦਾ ਖਤਰਾ ਜ਼ਿਆਦਾ ਹੈ। ਔਰ ਉਹਦਾ ਉਹ ਫਾਰਮੂਲਾ ਇੰਨਾ ਕੁ ਕਾਮਯਾਬ ਹੋਇਆ ਵੀ ਉਹ ਸੱਚ ਹੋ ਗਿਆ। ਅਸੀਂ ਗਿਆਨ ਤੋਂ ਇੰਨਾ ਕੁ ਦੂਰ ਹੋ ਗਏ ਵੀ ਸਾਨੂੰ ਸਾਂਭਣਾ ਹੀ ਨਹੀਂ ਆਇਆ, ਸਾਨੂੰ ਪਤਾ ਹੀ ਨਹੀਂ ਲੱਗਾ ਵੀ ਅਸੀਂ ਕੀ ਕਰਦੇ। ਅਸੀਂ ਕਿਤਾਬਾਂ ਤੋਂ ਦੂਰ ਹੋ ਗਏ। ਉਹ ਫਾਰਮੂਲਾ ਇੰਨਾ ਕਮਾਲ ਦੇ ਤਰੀਕੇ ਦੇ ਨਾਲ ਉਹਨਾਂ ਨੇ ਲਾਗੂ ਕੀਤਾ। ਕਿੰਨੀਆਂ ਕੁ ਕਿਤਾਬਾਂ ਅਸੀਂ ਆਪਣੀ ਜ਼ਿੰਦਗੀ 'ਚ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪੜ੍ਹੀਆਂ ਨੇ, ਸਿੱਖ ਫਿਲਾਸਫੀ ਦੇ ਨਾਲ ਸੰਬੰਧਿਤ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ, ਕਦੇ ਸੋਚ ਕੇ ਦੇਖੇ। ਕਿੰਨਾ ਕੁ ਅਸੀਂ ਗੁਰਮੁਖੀ ਦੇ ਨਾਲ ਸੰਬੰਧਿਤ ਗਿਆਨ ਇਕੱਠਾ ਕੀਤਾ, ਕਦੇ ਯਤਨ ਕੀਤਾ? ਅਸੀਂ ਨਹੀਂ ਯਤਨ ਕੀਤਾ। ਮਾਫ ਕਰ ਦੇਣਾ, ਇੱਕ ਬੇਨਤੀ ਕਰਨ ਲੱਗਾ। ਅੱਜ ਬੜਾ ਮਨ ਇੱਕ ਘਟਨਾ ਦੇਖ ਕੇ ਦੁਖੀ ਹੋਇਆ। ਇਦਾਂ ਹੀ ਸਵੇਰੇ ਬਾਹਰ ਨਿਕਲੇ ਤੇ ਭਾਈ ਸਾਹਿਬ ਆਏ ਤੇ ਗੱਲਾਂ ਕਰਦਿਆਂ ਕਰਦਿਆਂ ਕਹਿਣ ਲੱਗੇ ਆਪਣੇ ਕੋਲ ਕਿਤਾਬਾਂ ਬਹੁਤ ਪਈਆਂ ਨੇ। ਮੈਂ ਕਿਹਾ ਕਿੱਥੇ? ਉਹਨਾਂ ਨੇ ਕਮਰਾ ਦਿਖਾਇਆ, ਮੈਂ ਅਲਮਾਰੀ ਦੇਖੀ। ਜਿਸ ਵਕਤ ਮੈਂ ਉਸ ਅਲਮਾਰੀ ਨੂੰ ਦੇਖਿਆ, ਉਹਦੇ ਵਿੱਚ ਉਹ ਖਜ਼ਾਨਾ ਹੈ, ਉਹ ਕਿਤਾਬਾਂ ਨੇ ਜਿਹੜੀਆਂ ਕਿਤਾਬਾਂ ਅੱਜ ਛਪਣੀਆਂ ਬੰਦ ਹੋ ਗਈਆਂ। ਜਿਹੜੀ ਕਿਤਾਬ ਤੁਸੀਂ ਮਾਰਕੀਟ ਤੋਂ ਲੈ ਨਹੀਂ ਸਕਦੇ, ਜੇ ਕਿਸੇ ਲਾਇਬ੍ਰੇਰੀ ਚੋਂ ਮਿਲਦੀ ਹੈ ਤੇ ਤੁਸੀਂ ਉਹਨੂੰ ਲਾਇਬ੍ਰੇਰੀ ਤੋਂ ਬਾਹਰ ਲਿਆ ਕੇ ਪੜ੍ਹ ਨਹੀਂ ਸਕਦੇ। ਕੀਮਤੀ ਇੰਨੀਆਂ ਨੇ, ਕਿਤਾਬਾਂ ਛਪਣੀਆਂ ਬੰਦ ਹੋ ਗਈਆਂ। ਇੱਕ ਇੱਕ ਕਿਤਾਬ ਉਹ 5-5 ਹਜ਼ਾਰ ਦੀ ਮਿਲਦੀ ਹੈ। ਸਾਡੀਆਂ ਕਿਤਾਬਾਂ ਨੂੰ ਸਿਉਂਕ ਖਾ ਗਈ ਸਾਰਿਆਂ ਨੂੰ। ਕੌਣ ਜ਼ਿੰਮੇਵਾਰ ਹੈ? ਕੌਣ ਲਏਗਾ ਜ਼ਿੰਮੇਵਾਰੀ? ਕੌਣ ਕਹੇਗਾ ਵੀ ਮੈਂ ਦੋਸ਼ੀ ਹਾਂ ਇਸ ਦੇ ਵਿੱਚ? ਹੁਣ ਤੁਸੀਂ ਕਹਿ ਦੇਣਾ ਵੀ ਪ੍ਰਬੰਧਕ ਦੋਸ਼ੀ ਨੇ, ਇਹ ਵਾਲੇ ਦੋਸ਼ੀ ਨੇ, ਜਾਂ ਪਹਿਲੇ ਦੋਸ਼ੀ ਨੇ, ਜਾਂ ਉਸ ਤੋਂ ਪਹਿਲੇ ਦੋਸ਼ੀ ਨੇ। ਸੌਖਾ ਹੋ ਜਾਣਾ ਨਾ ਵੀ ਮੈਂ ਤੇ ਆਪਣੇ ਮੋਢੇ ਤੋਂ ਲਾ ਕੇ ਤੁਹਾਡੇ ਮੋਢੇ ਤੇ ਪਾਤੀ, ਤੁਸੀਂ ਆਪਣੇ ਮੋਢੇ ਤੋਂ ਲਾਈ ਤੇ ਪ੍ਰਬੰਧਕਾਂ ਦੇ ਮੋਢੇ ਤੇ ਪਾਤੀ। ਸੌਖਾ ਹੋ ਜਾਂਦਾ ਹੈ ਨਾ ਵੀ ਕਿਸੇ ਦੂਜੇ ਨੂੰ ਦੋਸ਼ ਦੇ ਦੇਵੋ, ਅਸੀਂ ਸੁਰਖਰੂ ਹੋ ਜਾਈਏ। ਨਹੀਂ, ਤੁਸੀਂ ਸੁਰਖਰੂ ਨਹੀਂ ਹੋ ਸਕਦੇ। ਸਾਰੇ ਜ਼ਿੰਮੇਵਾਰ ਹੋ, ਮੇਰੇ ਸਮੇਤ ਸਾਰੇ ਜ਼ਿੰਮੇਵਾਰ ਹਾਂ ਅਸੀਂ, ਕਿਉਂਕਿ ਅਸੀਂ ਸਮਝਿਆ ਹੀ ਨਹੀਂ। ਸਤਿਗੁਰੂ ਦੀ ਮੁਬਾਰਕ ਬਾਣੀ ਦਾ ਇੱਕ ਬਚਨ ਹੈ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲਾਖ ਵਿਕਾਏ। ਤੇ ਮਾਲਕ ਕਹਿੰਦੇ ਨੇ ਵਿਣ ਗਾਹਕ ਗੁਣ ਵੇਚੀਆ ਤਉ ਗੁਣ ਸਹਿਗੋ ਜਾਏ। ਸਤਿਗੁਰੂ ਨੇ ਇਹ ਸਾਡੇ ਲਈ ਕਿਤੇ ਨਾ ਕਿਤੇ ਉਚਾਰਿਆ ਸੀ ਵੀ ਇਹਨਾਂ ਅਕਿਰਤ ਘਣਾ ਨੂੰ ਕੱਲ ਨੂੰ ਇਨੀ ਸਮਝ ਨਹੀਂ ਆਉਣੀ ਵੀ ਉਹ ਕੀਮਤੀ ਖਜ਼ਾਨੇ ਇਹਨਾਂ ਦੇ ਗੁਰੂ ਘਰਾਂ 'ਚ ਸਿਉਂਕ ਖਾ ਜਾਏਗੀ। ਕੱਲੇ ਕਿਤਾਬਾਂ ਨਹੀਂ, ਇੱਥੇ ਗੱਲਾਂ ਨਹੀਂ ਇਦਾਂ ਦਾ ਵਾਪਰਿਆ, ਅੱਗੇ ਵੀ ਬੜੀ ਥਾਂ ਦੇਖਿਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਸਰੂਪ ਸਿਉਂਕ ਖਾ ਗਈ। ਪੋਥੀ ਸਾਹਿਬ ਸਿਉਂਕ ਖਾ ਗਈ, ਗੁਟਕਾ ਸਾਹਿਬ ਸਿਉਂਕ ਖਾ ਗਈ। ਇਹ ਅਸੀਂ ਇੰਨੇ ਅਕਿਰਤ ਕਣੇ ਆ। ਮੈਂ ਅਕਸਰ ਬੇਨਤੀ ਕਰਦਾ, ਉਸ ਕੌਮ ਦਾ ਇਹ ਹਾਲ ਹੈ ਜਿਹੜੀ ਕੌਮ ਗਿਆਨ ਦੇ ਪੁਜਾਰੀ ਹੈ, ਜਿਹੜੀ ਕਹਿੰਦੀ ਹੈ ਵੀ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸ਼ਬਦ ਹੈ ਜਗ ਬੌਰਾਨੰਗ। ਇਹ ਸੱਚ ਹੋ ਗਿਆ। ਸ਼ਬਦ ਨੂੰ ਪੀਰ ਤੇ ਮੰਨਿਆ ਪਰ ਸ਼ਬਦ ਸਮਝਿਆ ਨਹੀਂ, ਤਾਂ ਅੱਜ ਬੌਰਾਏ ਫਿਰਦੇ ਆ, ਕਮਲੇ ਹੋਏ ਫਿਰਦੇ ਆ। ਤਾਂ ਇਹ ਸਾਡੀ ਹਾਲਤ ਇਦਾਂ ਦੀ ਹੋ ਗਈ। ਜੇ ਕਿਤੇ ਅਸੀਂ ਉਹਨਾਂ ਨੂੰ ਪੜ੍ਹਿਆ ਹੁੰਦਾ, ਸਾਨੂੰ ਸਮਝ ਆਉਣੀ ਸੀ ਵੀ ਸਾਡਾ ਜੀਵਨ ਕਿਵੇਂ ਦਾ ਹੋਣਾ ਹੈ, ਸਾਡੇ ਜੀਵਨ ਦੇ ਅੰਦਰ ਦੀਆਂ ਕੜੀਆਂ ਕਿਹੜੀਆਂ ਜ਼ਰੂਰੀ ਨੇ। ਔਰ ਅਸੀਂ ਇੰਨੇ ਅਵੇਸਲੇ ਹੋ ਗਏ। ਇਹ ਵੱਡੀ ਘਟਨਾ ਸੀ, ਕੋਈ ਛੋਟਾ ਕੰਮ ਨਹੀਂ ਹੈ। ਉਹ ਉੱਥੋਂ ਸ਼ੁਰੂਆਤ ਹੋਈ ਹੈ ਔਰ ਸਾਡੀ ਸੁਰਤ ਦੇ ਅੰਦਰ ਆ ਗਿਆ। ਇਸੇ ਕਰਕੇ ਅਸੀਂ ਆਪਣੀ ਵਿਰਾਸਤ, ਆਪਣੇ ਸੱਚ ਤੋਂ ਦੂਰ ਹੋ ਗਏ। ਉਹਨਾਂ ਨੇ ਉਹ ਜ਼ਰੂਰੀ ਚੀਜ਼ਾਂ ਜਿਹੜੀਆਂ ਸਨ, ਜਿਹੜਾ ਸਾਡਾ ਅਸਲ ਇਤਿਹਾਸ ਸੀ, ਉਹਨੂੰ ਗਵਾ ਦਿੱਤਾ, ਉਹਨੂੰ ਲੁਕਾ ਦਿੱਤਾ ਤੇ ਸਾਡੇ ਸਾਹਮਣੇ ਉਹ ਚੀਜ਼ਾਂ ਪੇਸ਼ ਕਰ ਦਿੱਤੀਆਂ ਜਿਹੜੀਆਂ ਸਾਡੇ ਨਾਲ ਕਿਤੇ ਦੂਰ ਦੂਰ ਤੱਕ ਸੰਬੰਧਿਤ ਨਹੀਂ ਸਨ। ਸੌਖੀ ਉਦਾਹਰਨ ਦੇਵਾਂ, ਸ਼ਾਇਦ ਚੰਗੀ ਨਾ ਲੱਗੇ ਕਿਉਂਕਿ ਪ੍ਰਚਲਿਤ ਬਹੁਤ ਹੈ ਨਾ। ਗੁਰੂ ਘਰਾਂ ਦੇ ਅੰਦਰ ਸਾਰੇ ਥਾਂ ਲੱਗੇ ਹੋਏ ਨਿਸ਼ਾਨ ਸਾਹਿਬ ਤੇ ਉਹਨਾਂ ਦੇ ਉੱਤੇ ਚੜੇ ਹੋਏ ਚੋਲੇ, ਪਤਾ ਹੀ ਨਹੀਂ ਲੱਗਾ ਸਾਨੂੰ ਕਦੋਂ ਰੰਗ ਬਦਲ ਗਏ ਇਹਨਾਂ ਤੇ, ਸੁੱਤਿਆਂ ਦੇ ਬਦਲ ਗਏ।
ख्याल करियो साडा रंग नहीं सी। साडे रंग तो भाव ये नहीं होंदा भी साडी किसी दूजे रंग दे नाल कोई विरोधता है, नहीं, इहदा एक पिछे एक बड़ा वड्डा कारण है। जदों ब्राह्मण ने रंगां नूं वंडिया, आप चिट्टा लै लिया ते शूदर नूं नीला दे दिता। सतगुरु कहंदे मैं तां है ही फिर इन्हां दा, जो इन्हां नूं दिता वो मैं अडॉप्ट करांगा, वो मैं लागू करांगा। आप उच्चियां धातां रख लईआं ते शूदर नूं लोहा दे दिता। सतगुरु कहंदे मैं इहनूं सरब लोह दा कड़ा बना के सारे सिखां दे हत्थां च पा देवांगा। इह कारण सी साडे रंग कदों बदल गए नीले तो आ रंग सन्यासियां दा, मूल रूप दे विच बोधियां दा रंग है, फिर सन्यासियां ने इहनूं अडॉप्ट कीता। हालांकि श्रोमणी अकाली दल ने 1932 च आप विरोध किया, फिर हौली हौली असीं अवेस लई आने, क्योंकि असीं नहीं ना जागते, असीं सुते हुए हैं। सानू नहीं पता लगा भी कदों की वापरिया, कदों किवें की हो गया, सानू अजे भी नहीं पता लगा। इन्ने साल लंघ गए ने, किन्ने साल हो गए ने, असीं ये सारा कुछ भुला दिता। साडा ते है ही अजे इतिहास ही बहुता पुराना नहीं सी, पर दुश्मन कामयाब हो गया अपनी चाल च, और बड़े सफल तरीके दे नाल कामयाब होया। असीं सिर्फ दमगजे मारते रह गए, रौला ही पाउंदे रह गए, जकारे ही छड्डदे रह गए, होर कुछ नहीं कीता, समझिया कुछ भी नहीं, बाणी नूं नहीं पढ़िया, इतिहास नूं पढ़िया ही नहीं, सिद्धांत नूं समझिया ही नहीं। बहुतियां वड्डियां गल्लां नहीं हुंदियां, बहुत छोटियां छोटियां गल्लां साडे जीवन दे ढंग नूं हौली हौली बदल के रख दिंदियां। साडे घरां दे विचों साज, गुरु घर दे विच साज बदल के रख दिते। हालांकि साज कोई भी होवे, गुरबाणी दा कीर्तन होवे, फर्क नहीं पैंदा भी साज किहड़ा है, पर साडी एक अपनी वखरी परंपरा हुंदी है जिथों साडी पछाण हुंदी है। तुसीं ब्राह्मण दी बोधी तो पछाण कर लैंदे हो भी ये ब्राह्मण है, तुहानूं बहुता कुछ करन दी लोड़ नहीं पैंदी। तुसीं ईसाई दे क्रॉस तो वखरा पता कर लैंदे हो भी ये ईसाई है, तुसीं मुसलमान दी पाई हुई सिर ते टोपी तो पता कर लैंदे हो भी ये धर्मी है, ये किहड़े धर्म दे नाल संबंधित है। साडे सिर ते पग बज्जी, मूंह ते दाड़ा, केस रखे होण, असीं फिर भी नहीं कह सकते भी ये सिख हैगा कि नहीं हैगा, क्योंकि किरदार नहीं है। शेख सादी लिखदा है, मर्दम रामेशनास्त अज रफ्तारो गुफ्तरो दस्तार। वो कहंदा तीन चीज़ां ने किसी की पछाण करने वास्ते मर्द दी, सियाणे दी, मर्द दा भाव ये नहीं है भी जिहदे कोल शरीर की ताकत है, कल्ली सियाणे दी पछाण की है। वो कहंदा है पहली गल इहदी रफ्तार तो पता लगदा है, भाव इहदा तुरन दा तरीका की है, इहदा बैठण दा तरीका की है, इहदा खड़े होण दा तरीका की है। ये जरूरी है, साडी बॉडी लैंग्वेज दसदी है भी साडा जीवन किवें दा है। दूजी गल करदा इहदे बोलण दे तरीके, गुफ्तार, गुफ्तार दा भाव है गलबात करना, साडी गलबात दा पद्धर की है। साडी गलबात दा पद्धर से खालसे जी के बोल बाले, बाले दा भाव हुंदा उच्चे, साडे बोले उच्चे, अज हैगे ने साडे बोले उच्चे। साडी शब्दावली इन्ने नीवें पद्धर दी हो गई है भी असीं आम घर दे विच वो बोली कई बार बोलते नहीं भी इत्थे नहीं बोलनी, पर बाहर बोल सकते हैं। अपने परिवार के जियां दे नाल जिहड़ी बोली नहीं बोलते, असीं वो समाज दे विच जाके बोलते हैं। इन्नी नीवीं साडी बोली हो गई है। तीजी गल सी दस्तार, दस्तार दा अर्थ है पहरावा, सिर तो पैरां तक दा। साडा पहरावा बदल गया, साडा जीवन का ढंग बदल गया। ये तिन्हां नूं मिला के फिर बनदा है किरदार। साडे किरदार दी खुशी हो गई, किरदार खुशी इस ढंग दे नाल कर दित्ती गई, सानूं पता ही नहीं लगा भी कदों सारा कुछ ही बदल के रख दित्ता। साडे साज बदल गए, हारमोनीयम वजाउणा माड़ा नहीं है, कीर्तन इहदे नाल करना माड़ा नहीं है, पर तुसीं कदे फर्क देखियो एक हारमोनीयम ते तबले दे नाल। तबला जिहड़ा है भारती संगीत दे विच खास करके कोठियां ते वजाया जांदा सी। तुसीं तबला वजदा सुणियो ते मृदंग वजदा सुणियो, तुसीं ओही शब्द तंती साज नाल सुन के देख लियो, भावें कि रबाब गुरु नानक पातशाह ने सानू दित्ती है फिरंदे तो जिहड़ी खास तौर ते बनवाई, उस रबाब ना सुन के देख लियो
ਗੁਰੂ ਅਰਜਨ ਪਾਤਸ਼ਾਹ ਜੀ ਨੇ ਆਪ ਸਰੰਦਾ ਤਿਆਰ ਕੀਤਾ, ਉਸ ਸਰੰਦੇ ਦੇ ਨਾਲ ਸ਼ਬਦ ਸੁਣ ਕੇ ਦੇਖ ਲਿਓ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸਰੰਗੀ ਤੇ ਢੱਡ ਤਿਆਰ ਕਰਵਾਈ, ਉਹਦੇ ਨਾਲ ਵਾਰਾਂ ਤੇ ਭਾਵੇਂ ਕੀਰਤਨ ਸੁਣ ਕੇ ਦੇਖ ਲਿਓ। ਤੁਹਾਨੂੰ ਵੱਖਰਾ ਆਨੰਦ ਆਏਗਾ, ਤੁਹਾਨੂੰ ਸਮਝ ਆਏਗੀ ਵੀ ਅਸਲ 'ਚ ਹੈ ਕੀ, ਕੀਰਤਨ ਹੁੰਦਾ ਕਿਵੇਂ ਆ। ਤੁਸੀਂ ਤਾਊਸ ਦੇ ਨਾਲ ਕਦੇ ਕੀਰਤਨ ਸੁਣ ਕੇ ਦੇਖਿਓ, ਤੁਸੀਂ ਦਿਲਰੂਬਾ ਦੀ ਆਵਾਜ਼ ਨੂੰ ਸੁਣੋਗੇ ਤੇ ਸ਼ਬਦ ਦਾ ਆਨੰਦ ਵੱਖਰਾ ਆਏਗਾ। ਤੁਸੀਂ ਤਬਲਾ ਸੁਣੋਗੇ, ਹਾਰਮੋਨੀਅਮ ਸੁਣੋਗੇ, ਮਨ ਟਿਕੇਗਾ ਨਹੀਂ, ਚੰਚਲਤਾ ਜਾਏਗਾ, ਦੌੜੇਗਾ। ਤੁਹਾਡੀ ਸੁਰਤ ਬਹੁਤੀ ਟਿਊਨ ਵੱਲ ਰਹੇਗੀ, ਸ਼ਬਦ ਵੱਲ ਘਟ ਜਾਏਗੀ। ਤੁਸੀਂ ਰਬਾਬ ਨਾ ਸੁਣ ਕੇ ਦੇਖਿਓ, ਤੁਹਾਡੀ ਟਿਊਨ ਵੱਲ ਘਟ ਸੁਰਤ ਜਾਏਗੀ, ਸ਼ਬਦ ਵੱਲ ਜ਼ਿਆਦਾ ਜਾਏਗੀ। ਇਹ ਪ੍ਰੈਕਟੀਕਲ ਹੈ, ਤੁਸੀਂ ਕਦੇ ਕਰਕੇ ਦੇਖ ਲਿਓ। ਹਾਰਮੋਨੀਅਮ ਠੀਕ ਹੈ, ਸਾਰਿਆਂ ਤੋਂ ਪਹਿਲਾਂ ਲਗਭਗ 1886 ਦੇ ਵਿੱਚ ਸਾਡੇ ਗੁਰੂ ਘਰਾਂ ਚ ਆਇਆ। 19ਵੀਂ ਸਦੀ ਦੇ ਅਖੀਰ ਦੇ ਵਿੱਚ ਪਹਿਲੀ ਵਾਰ ਦਰਬਾਰ ਸਾਹਿਬ ਦੇ ਵਿੱਚ ਵੱਜਿਆ। ਉਸ ਤੋਂ ਪਹਿਲਾਂ ਤੰਤੀ ਸਾਜ਼ਾਂ ਨਾਲ ਕੀਰਤਨ ਹੁੰਦਾ ਸੀ। ਜ਼ਰੂਰੀ ਹੈ ਸਾਡੀਆਂ ਪਰੰਪਰਾਵਾਂ ਨੂੰ ਅਸੀਂ ਸਾਂਭਣਾ ਹੈ, ਤੇ ਸਤਿਗੁਰੂ ਕਹਿੰਦੇ ਨੇ ਜੇ ਮੂਲ ਦੇ ਨਾਲ ਜੁੜਿਆ ਰਹੇਗਾ ਤੇ ਜੀਵਨ 'ਚ ਬਦਲਾਅ ਹੋ ਜਾਏਗਾ। ਇਸ ਕਰਕੇ ਯਤਨ ਕਰੀਏ ਆਪਣੇ ਆਪ ਨੂੰ ਪਛਾਣਨ ਦੀ, ਆਪਣੇ ਮੂਲ ਨੂੰ ਪਛਾਣਨ ਦੀ। ਹੁਣ ਬੜਾ ਔਖਾ ਹੈ ਵੀ ਜੇ ਤੁਸੀਂ ਅੱਜ ਚਾਹੋ ਵੀ ਅਸੀਂ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਬਦਲ ਕੇ ਤੇ ਸੁਰਮਈ ਕਰ ਦਈਏ, ਵੀ ਜਿਹੜਾ ਨੀਲਾ ਰੰਗ ਹੈ ਇਹ ਕਰ ਦਈਏ, ਤੇ ਤੁਹਾਡੇ ਆਪਣਿਆਂ ਨਹੀਂ, ਬਹੁਤੀ ਵਾਰ ਤੁਹਾਡੇ ਆਪਣੇ ਪਰਿਵਾਰ 'ਚੋਂ ਵਿਰੋਧਤਾ ਸ਼ੁਰੂ ਹੋ ਜਾਣੀ ਹੈ ਵੀ ਇੰਨੇ ਸਾਲਾਂ ਤੋਂ ਹੁੰਦਾ। ਬਹੁਤੇ ਸਾਲਾਂ ਤੋਂ ਨਹੀਂ ਹੁੰਦਾ, ਲਗਭਗ 90 ਕੁ ਸਾਲਾਂ ਤੋਂ ਹੋ ਰਿਹਾ ਹੈ, ਉਸ ਤੋਂ ਪਹਿਲਾਂ ਨਹੀਂ ਸੀ ਹੁੰਦਾ। 90 ਸਾਲ ਕੋਈ ਬਹੁਤੇ ਨਹੀਂ ਹੁੰਦੇ ਕਿਸੇ ਕੌਮ ਦੇ ਇਤਿਹਾਸ ਦੇ ਵਿੱਚ, ਪਰ ਅਸੀਂ ਇਹਨਾਂ 90 ਸਾਲਾਂ 'ਚ ਬੜਾ ਕੁਝ ਗਵਾ ਦਿੱਤਾ। ਸੁਚੇਤ ਹੋਈਏ, ਸਿਆਣੇ ਹੋ ਜਾਈਏ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਨਿਰਧਨ ਕਉ ਧਨ ਤੇਰੋ ਨਾਉ ਸਭ ਜੀਓ, ਤੇਰਾ ਨਾਮ ਹੀ ਸਾਡੇ ਨਿਰਧਨਾਂ ਵਾਸਤੇ ਧਨ ਹੈ। ਨਿਥਾਵੇਂ ਕਉ ਨਾਉ ਤੇਰਾ ਥਾਉ ਸਭ ਜੀ, ਜਿਹਦੇ ਕੋਲ ਕੋਈ ਥਾਂ ਨਹੀਂ ਹੈ, ਜਿਹਨੂੰ ਕਿਤੇ ਆਸਰਾ ਨਾ ਮਿਲੇ, ਉਹ ਤੇਰੇ ਦਰ ਤੇ ਆ ਜਾਂਦਾ ਏ। ਇਥੋਂ ਐਸਾ ਆਸਰਾ ਮਿਲ ਜਾਂਦਾ ਏ ਵੀ ਉਹ ਤਖਤਾਂ ਦਾ ਮਾਲਕ ਤੱਕ ਬਣ ਸਕਦਾ ਜੇ ਤੇਰੀ ਬਖਸ਼ਿਸ਼, ਤੇਰੀ ਨਦਰ ਹੋ ਜਾਵੇ। ਇੰਨੀਆਂ ਦਾਤਾਂ ਤੇਰੇ ਦਰ ਤੋਂ ਪ੍ਰਾਪਤ ਹੁੰਦੀਆਂ ਨੇ। ਨਿਮਾਨੇ ਕਉ ਪ੍ਰਭ ਤੇਰੋ ਮਾਨ, ਸਗਲ ਕਟਾ ਕਉ ਦੇਵੋ ਦਾਨ ਸਭ ਜੀਓ, ਤੇਰੇ ਦਰ ਤੋਂ ਸਾਰਿਆਂ ਨੂੰ ਦਾਤਾਂ ਮਿਲਦੀਆਂ ਨੇ, ਕੋਈ ਵੀ ਇਸ ਦਰ ਤੋਂ ਖਾਲੀ ਨਹੀਂ ਜਾਂਦਾ। ਕਰਨ ਕਰਾਵਨ ਹਾਰ ਸੁਆਮੀ, ਵੀ ਮਾਲਕ ਜੀਓ ਤੁਸੀਂ ਸਾਰਾ ਕੁਝ ਕਰਨ ਵਾਲੇ ਹੋ, ਤੁਸੀਂ ਸਮਰੱਥ ਹੋ, ਸਗਲ ਘਟਾ ਕੇ ਅੰਤਰ ਜਾਣਦੇ, ਤੁਸੀਂ ਸਾਰਾ ਕੁਝ ਜਾਣਦੇ ਵੀ ਹੋ। ਅਸੀਂ ਕਈ ਵਾਰ ਮੰਨ ਲੈਂਦੇ ਆ ਵੀ ਸਤਿਗੁਰੂ ਕਿਹੜਾ ਦੇਖਦੇ ਨੇ, ਕਿਹੜਾ ਕੁਝ ਪਤਾ ਹੈ। ਗੁਰੂ ਨੂੰ ਸਾਰਾ ਕੁਝ ਪਤਾ ਹੈ। ਬਾਹਰੋਂ ਜਿੰਨੇ ਮਰਜ਼ੀ ਮਿੱਠੇ ਹੋ ਜਾਈਏ, ਬਾਹਰੋਂ ਜਿੱਦਾਂ ਦੀਆਂ ਮਰਜ਼ੀ ਗੱਲਾਂ ਕਰ ਲਈਏ, ਗੁਰੂ ਅੰਦਰ ਦੀਆਂ ਜਾਣਦਾ ਏ। ਆਪਣੀ ਗਤ ਮਿਤ ਜਾਣੋ ਆਪੇ, ਸਤਿਗੁਰੂ ਜੀ ਤੁਸੀਂ ਆਪਣੀ ਅਵਸਥਾ, ਆਪਣੀ ਵਡਿਆਈ ਆਪ ਹੀ ਜਾਣਦੇ ਹੋ। ਆਪਨ ਸੰਗ ਆਪ ਪ੍ਰਭ ਰਾਤੇ, ਸਤਿਗੁਰੂ ਜੀ ਤੁਸੀਂ ਆਪਣੇ ਪਿਆਰਿਆਂ ਦੇ ਨਾਲ, ਇਸ ਆਪਣੀ ਕਾਇਨਾਤ ਦੇ ਨਾਲ ਆਪ ਰਤੇ ਹੋਏ ਹੋ, ਆਪ ਇਹਦੇ ਨਾਲ ਜੁੜੇ ਹੋਏ ਹੋ। ਦੁਈ ਕੁਦਰਤ ਸਾਜੀਆ ਕਰ ਆਸਣ ਡਿਠੋ ਚਾਓ, ਤੁਸੀਂ ਆਪ ਇੱਥੇ ਵਸ ਕਰਕੇ ਸਾਰੀ ਕਾਇਨਾਤ ਦੀ ਸੰਭਾਲ ਕਰ ਰਹੇ ਹੋ। ਤੁਮਰੀ ਉਸਤਤ ਤੁਮ ਤੇ ਹੋਏ ਸਭ ਜੀਓ, ਤੁਹਾਡੀ ਉਸਤਤ ਤੁਹਾਡੇ ਦਿੱਤੇ ਗਿਆਨ ਦੇ ਨਾਲ ਹੀ ਹੋ ਸਕਦੀ ਹੈ। ਕੋਈ ਆਪਣੀ ਸਿਆਣਪ ਚਤਰਾਈ ਦੇ ਨਾਲ ਯਤਨ ਕਰੇ ਨਾ, ਕਿਸੇ ਦੇ ਵਸਤੀ ਨਹੀਂ ਹੈ ਵੀ ਕੋਈ ਯਤਨ ਕਰਕੇ ਤੁਹਾਡੀ ਵਡਿਆਈ, ਤੁਹਾਡੀ ਉਸਤਤ ਕਰ ਸਕਦਾ ਹੋਵੇ। ਨਾਨਕ ਅਵਰ ਨਾ ਜਾਣਸ ਕੋਏ, ਕੋਈ ਦੂਜਾ ਇੱਥੇ ਇੰਨਾ ਸਮਰੱਥ ਨਹੀਂ ਹੈ ਕਿ ਤੁਹਾਡੀ ਵਡਿਆਈ, ਤੁਹਾਡੇ ਗੁਣਾਂ ਨੂੰ ਬਿਆਨ ਕਰ ਸਕਦਾ ਹੋਵੇ। ਸਤਿਗੁਰੂ ਕਿਰਪਾ ਕਰਨ, ਸੋਝੀ ਆ ਜਾਏ, ਸਿਆਣੇ ਹੋ ਜਾਈਏ, ਸੰਸਾਰ ਦੀਆਂ ਸਾਰੀਆਂ ਤਾਕਤਾਂ ਨੂੰ ਛੱਡ ਕੇ ਸੱਚੇ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਆ ਕੇ ਟਹਿ ਜਾਈਏ ਤੇ ਇਹ ਆ ਕੇ ਮੰਨ ਲਈਏ ਵੀ ਸਤਿਗੁਰੂ ਜੀਓ ਤੁਹਾਡੇ ਤੋਂ ਬਿਨਾਂ ਸੰਸਾਰ ਦੇ ਅੰਦਰ ਕੋਈ ਹੋਰ ਆਸਰਾ ਨਹੀਂ ਹੈ ਜਿੱਥੇ ਜਾ ਕੇ ਢਹਿ ਕੇ ਸਾਨੂੰ ਕੁਝ ਪ੍ਰਾਪਤ ਹੁੰਦਾ ਹੋਵੇ। ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ, ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਸਤਿਗੁਰੂ ਜੀ ਤੁਹਾਡੇ ਦਰ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਸਤਿਗੁਰੂ ਰਹਿਮਤ ਕਰ ਦੇਣ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਬੁਲਾਓ ਜੀ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।